ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਗਤ ਤ੍ਰਿਲੋਚਨ ਜੀ। ਦਰਸ਼ਨ ਦੇਖਣ ਨਾਮਦੇਵ ਭਲਕੇ ਉਠ ਤ੍ਰਿਲੋਚਨ ਆਵੈ। ਭਗਤ ਕਰਨ ਮਿਲ ਦੋਏ ਜਣੇ ਨਾਮ ਦਿਓ ਹਰ ਚਲਤ ਸੁਣਾਵੈ। ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਠਾਕੁਰ ਜੀ ਨੂੰ ਪੁੱਛਿਓਸ ਦਰਸ਼ਨ ਕਿਵੇਂ ਤ੍ਰਿਲੋਚਨ ਪਾਵੈ। ਹੱਸ ਕੇ ਠਾਕੁਰ ਬੋਲਿਆ ਨਾਮ ਦਿਓ ਨੂੰ ਕਹਿ ਸਮਝਾਵੈ। ਹੱਥ ਨਾ ਆਵੈ ਭੇਟ ਸੋ ਤੁਸ ਤ੍ਰਿਲੋਚਨ ਮੈਂ ਮੋਹਿ ਲਾਵੈ। ਹਉ ਅਧੀਨ ਹਾਂ ਭਗਤ ਦੇ ਪਹੁੰਚ ਨਾ ਹੰਗਾ ਭਗਤੀ ਦਾਵੈ। ਹੋਏ ਵਿਚੋਲਾ ਆਣ ਮਿਲਾਵੈ। ਹੋਏ ਵਿਚੋਲਾ ਆਣ ਮਿਲਾਵੈ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ 10ਵੀਂ ਵਾਰ ਦੀ ਇਸ 12ਵੀਂ ਪੌੜੀ ਵਿੱਚ ਭਗਤ ਤ੍ਰਿਲੋਚਨ ਜੀ ਦੇ ਜੀਵਨ ਦੇ ਸੰਬੰਧ ਵਿੱਚ ਬਿਰਤਾਂਤ ਦੱਸ ਰਹੇ ਨੇ ਕਿ ਤ੍ਰਿਲੋਚਨ ਨਾਮੇ ਬਾਣੀਆਂ ਜੋ ਭਗਤ ਨਾਮਦੇਵ ਜੀ ਦਾ ਗੁਰ ਭਾਈ ਤੇ ਮਿੱਤਰ ਵੀ ਸੀ, ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨ ਆਇਆ ਕਰਦਾ ਸੀ। ਦੋਵੇਂ ਜਣੇ ਮਿਲ ਕੇ ਪ੍ਰਭੂ ਦੀ ਪ੍ਰੇਮਾ ਭਗਤੀ ਕਰਦੇ ਸਨ ਅਤੇ ਨਾਮਦੇਵ ਜੀ ਪ੍ਰਭੂ ਦੀਆਂ ਚਲਤ ਕਹਾਣੀਆਂ ਹਰੀ ਦੀ ਕਥਾ ਸੁਣਾਇਆ ਕਰਦੇ ਸਨ। ਤ੍ਰਿਲੋਚਨ ਜੀ ਨੇ ਆਖਿਆ ਕਿ ਹੇ ਨਾਮਦੇਵ ਜੀ, ਕਿਰਪਾ ਕਰੋ ਮੈਨੂੰ ਵੀ ਪਰਮੇਸ਼ਰ ਜੀ ਦੇ ਦਰਸ਼ਨ ਕਰਵਾਓ। ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ। ਉਧਰ ਭਗਤ ਨਾਮਦੇਵ ਜੀ ਨੇ ਠਾਕੁਰ ਜੀ ਦੀ ਮਿੰਨਤ ਕੀਤੀ ਕਿ ਕਿਰਪਾ ਕਰੋ ਪਰਮੇਸ਼ਰ ਜੀ, ਕੋ ਤਰੀਕਾ ਦੱਸੋ, ਵਿਧੀ ਦੱਸੋ ਜਿਸ ਤਰ੍ਹਾਂ ਤ੍ਰਿਲੋਚਨ ਵੀ ਆਪ ਜੀ ਦੇ ਦਰਸ਼ਨ ਪਾ ਸਕੇ। ਤਾਂ ਠਾਕੁਰ ਜੀ ਨੇ ਹੱਸ ਕੇ ਆਖਿਆ ਔਰ ਚੰਗੀ ਤਰ੍ਹਾਂ ਸਮਝਾਇਆ ਕਿ ਹੇ ਨਾਮਦੇਵ, ਮੇਰਾ ਦੀਦਾਰ ਭੇਟਾਂ ਨਾਲ ਹੱਥ ਨਹੀਂ ਆਉਂਦਾ। ਮੈਂ ਤ੍ਰਿਲੋਚਨ ਨੂੰ ਪ੍ਰਸੰਨ ਹੋ ਕੇ ਦਰਸ਼ਨ ਦੇਵਾਂਗਾ। ਮੈਂ ਭਗਤਾਂ ਦੇ ਅਧੀਨ ਹਾਂ। ਭਗਤੀ ਦੇ ਦਾਅਵਿਆਂ ਨੂੰ ਪਹੁੰਚ ਨਹੀਂ ਸਕਦਾ, ਭਾਵ ਰੱਦ ਨਹੀਂ ਕਰ ਸਕਦਾ। ਜਿਨ੍ਹਾਂ ਦੇ ਵਿਚੋਲੇ ਪਰਮੇਸ਼ਰ ਦੇ ਪਿਆਰ ਵਾਲੇ ਸੰਤ ਜਨ ਹੋਣ, ਉਹ ਮੇਰਾ ਮਿਲਾਪ ਜਗਿਆਸੂਆਂ ਨੂੰ ਕਰਾ ਦਿੰਦੇ ਹਨ। ਭਗਤ ਤ੍ਰਿਲੋਚਨ ਜੀ ਦੇ ਸੰਬੰਧ ਵਿੱਚ ਵੀ ਬਹੁਤਾ ਜੀਵਨ ਬਿਉਰਾ ਨਹੀਂ ਮਿਲਦਾ। ਸੰਖੇਪ ਰੂਪ ਵਿੱਚ ਇਸ ਤਰ੍ਹਾਂ ਪਤਾ ਚੱਲਦਾ ਹੈ ਕਿ 1267 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਭਗਤ ਨਾਮਦੇਵ ਜੀ ਦੇ ਸਮਕਾਲੀ ਸਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਤ੍ਰਿਲੋਚਨ ਜੀ ਦੇ 4 ਸ਼ਬਦ ਹਨ। ਇੱਕ ਸ੍ਰੀ ਰਾਗ ਵਿੱਚ, 2 ਸ਼ਬਦ ਗੁਜਰੀ ਰਾਗ ਵਿੱਚ ਤੇ ਇੱਕ ਧਨਾਸਰੀ ਰਾਗ ਵਿੱਚ। ਇਹਨਾਂ ਦਾ ਕਿੱਤਾ ਜੋ ਸੀ ਉਹ ਬਾਣੀਆਂ ਸੀ, ਭਾਵ ਵਪਾਰ ਦਾ ਕਿੱਤਾ ਸੀ। ਵੈਸ਼ ਜਾਤੀ ਨਾਲ ਸੰਬੰਧ ਰੱਖਦੇ ਸਨ। 1335 ਈਸਵੀ ਵਿੱਚ ਇਹਨਾਂ ਨੇ ਪ੍ਰਲੋਕ ਗਮਨ ਕੀਤਾ। ਭਗਤ ਤ੍ਰਿਲੋਚਨ ਜੀ ਅਤੇ ਉਹਨਾਂ ਦੀ ਪਤਨੀ ਦੋਵੇਂ ਪਰਮੇਸ਼ਰ ਪਿਆਰ ਵਾਲੇ ਸਨ। ਆਏ ਗਏ ਸਾਧੂ ਸੰਤ ਅਤੇ ਮਹਾਤਮਾਵਾਂ ਦੀ ਸੇਵਾ ਕਰਨੀ ਇਹਨਾਂ ਦਾ ਕਰਮ ਸੀ। ਨਾਮਦੇਵ ਜੀ ਅਤੇ ਤ੍ਰਿਲੋਚਨ ਜੀ ਦੋਵੇਂ ਬੜੇ ਗੂੜੇ ਮਿੱਤਰ ਸਨ। ਭਗਤ ਕਬੀਰ ਜੀ ਦੇ ਸ਼ਲੋਕਾਂ ਵਿੱਚ ਵੀ ਭਗਤ ਤ੍ਰਿਲੋਚਨ ਜੀ ਦਾ ਜ਼ਿਕਰ ਆਉਂਦਾ ਹੈ ਕਿ ਭਗਤ ਨਾਮਦੇਵ ਜੀ ਨੂੰ ਕੰਮਕਾਰ ਕਰਦਿਆਂ, ਭਾਵ ਕੱਪੜੇ ਰੰਗਦਿਆਂ ਵੇਖ ਕੇ ਤ੍ਰਿਲੋਚਨ ਜੀ ਦੇ ਮਨ ਵਿੱਚ ਇੱਕ ਦਿਨ ਸ਼ੰਕਾ ਆ ਗਿਆ ਅਤੇ ਬਚਨ ਕੀਤਾ ਕਿ ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ। ਨਾਮਾ ਮਾਇਆ ਮੋਹਿਆ ਕਹਿ ਤ੍ਰਿਲੋਚਨ ਮੀਤ, ਕਾਹੇ ਸ਼ੀ ਪੋਸ਼ਾਇ ਲੈ ਰਾਮ ਨਾ ਲਾਵੋ ਚੀਤ। ਤੇ ਫਿਰ ਭਗਤ ਨਾਮਦੇਵ ਜੀ ਨੇ ਪਿਆਰ ਨਾਲ ਉੱਤਰ ਦਿੱਤਾ, ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਇੱਕ ਤ੍ਰਿਲੋਚਨ ਭਗਤ ਦਾ ਵਰਣਨ ਭਗਤ ਧੰਨਾ ਜੀ ਦੀ ਸਾਖੀ ਵਿੱਚ ਆਪਾਂ ਕੀਤਾ ਹੈ। ਇਹ ਭਗਤ ਤ੍ਰਿਲੋਚਨ ਜੀ ਉਹ ਨਹੀਂ, ਇਹ ਦੂਜੇ ਤ੍ਰਿਲੋਚਨ ਜੀ ਨਾਮਦੇਵ ਜੀ ਦੇ ਸਮਕਾਲੀ ਭਗਤ ਹੋਏ ਹਨ।
ਭਾਈ ਗੁਰਦਾਸ ਜੀ ਨੇ ਤਰਲੋਚਨ ਜੀ ਨੂੰ ਨਾਮਦੇਵ ਜੀ ਦੇ ਸਾਥੀ ਹੋਣ ਦਾ ਜ਼ਿਕਰ ਕੀਤਾ ਹੈ। ਤੀਰਥ ਯਾਤਰਾ ਅਤੇ ਗੁਰੂ ਦੀਖਿਆ ਵੀ ਦੋਨਾਂ ਪ੍ਰੇਮੀ ਭਗਤਾਂ ਨੇ ਇਕੱਠਿਆਂ ਹੀ ਪ੍ਰਾਪਤ ਕੀਤੀ। ਤਰਲੋਚਨ ਜੀ ਅਤੇ ਉਹਨਾਂ ਦੀ ਪਤਨੀ, ਜਿਵੇਂ ਆਪਾਂ ਪਿੱਛੇ ਵਾਚ ਆਏ ਹਾਂ ਕਿ ਸਾਧੂ ਮਹਾਤਮਾਵਾਂ ਦੀ ਤੇ ਅਭਿਆਗਤਾਂ ਦੀ ਸੇਵਾ ਬੜੇ ਚਾਉ ਉਮਾਹ ਨਾਲ ਕਰਿਆ ਕਰਦੇ ਸਨ। ਕੰਮਕਾਰ ਘਰ ਵਿੱਚ ਬਹੁਤ ਜ਼ਿਆਦਾ ਰਹਿੰਦਾ ਸੀ। ਭਗਤ ਜੀ ਅਤੇ ਉਹਨਾਂ ਦੀ ਪਤਨੀ ਨੇ ਸੰਕਲਪ ਕੀਤਾ ਕਿ ਜੇਕਰ ਇੱਕ ਨੌਕਰ ਰੱਖ ਲਈਏ ਤਾਂ ਸੇਵਾ ਕਰਨ ਵਿੱਚ ਥੋੜੀ ਸੌਖ ਹੋ ਜਾਵੇਗੀ। ਭਗਤਾਂ ਦਾ ਸੰਕਲਪ ਫੁਰਦਿਆਂ ਹੀ ਪਰਮੇਸ਼ਰ ਜੀ ਇੱਕ ਨੌਕਰ ਦਾ ਰੂਪ ਧਾਰ ਕੇ, ਗਲ ਵਿੱਚ ਪੱਲਾ ਪਾ ਕੇ, ਸਿਰ ਤੇ ਕੱਪੜਾ ਬੰਨ੍ਹ ਕੇ, ਮੋਢੇ ਕੰਬਲੀ ਰੱਖ ਕੇ, ਹੱਥ ਵਿੱਚ ਡੰਡਾ ਫੜ ਕੇ ਇੱਕ ਸੇਵਕ ਦੀ ਆਭਾ ਬਣਾ ਕੇ ਭਗਤ ਤਰਲੋਚਨ ਜੀ ਦੇ ਘਰ ਪੁੱਜ ਗਏ। ਭਗਤ ਤਰਲੋਚਨ ਜੀ ਦੀ ਪਤਨੀ ਨੇ ਪੁੱਛ ਪੜਤਾਲ ਕੀਤੀ। ਤਦ ਭਗਵਾਨ ਜੀ, ਜੋ ਉਸ ਵੇਲੇ ਇੱਕ ਨੌਕਰ ਦਾ ਰੂਪ ਧਾਰ ਕੇ ਆਏ ਹੋਏ ਸਨ, ਇੱਕ ਸੇਵਕ ਦੇ ਰੂਪ ਵਿੱਚ ਆਏ ਹੋਏ ਸਨ, ਉਹਨਾਂ ਵਚਨ ਕੀਤਾ ਕਿ ਮੇਰਾ ਮਾਂ-ਬਾਪ ਕੋਈ ਹੈ ਨਹੀਂ, ਸਾਧੂ ਮਹਾਤਮਾਵਾਂ ਦਾ ਸੀਤ ਪ੍ਰਸਾਦ ਛਕ ਕੇ ਪਲਿਆ ਹਾਂ, ਚੌਵਾਂ ਵਰਨਾਂ ਦੀ ਰੀਤ ਦਾ ਜਾਣੂ ਹਾਂ, ਮਹਾਤਮਾਵਾਂ ਦੇ ਘਰ ਰਹਿੰਦਾ ਸਾਂ, ਉਹਨਾਂ ਦੀ ਸੇਵਾ ਕਰਦਾ, ਮੈਨੂੰ ਭੁੱਖ ਬਹੁਤ ਲੱਗਦੀ ਹੈ, ਮੇਰੇ ਸਰੀਰ ਵਿੱਚ ਆਲਸ ਨਹੀਂ ਆਉਂਦੀ, ਕੰਮਕਾਰ ਮੈਂ ਸਾਰਾ ਹੀ ਕਰ ਲੈਣਾ, ਸੰਤੋਖ ਰੱਖਦਾ ਹਾਂ, ਮਿੱਸਾ ਬੇਹਾ ਭੋਜਨ ਖਾ ਕੇ ਗੁਜ਼ਾਰਾ ਕਰ ਲੈਂਦਾ ਹਾਂ, ਬਿਨਾਂ ਤਨਖਾਹ ਦੇ ਵੀ ਨੌਕਰੀ ਕਰ ਲੈਂਦਾ ਹਾਂ, ਮੇਰਾ ਨਾਮ ਅੰਤਰਯਾਮੀ ਹੈ, ਪਰ ਜਦੋਂ ਕਿਸੇ ਦਾ ਮਨ ਮੈਲਾ ਵੇਖਦਾ ਹਾਂ ਤੇ ਫਿਰ ਮੈਂ ਉੱਥੇ ਟਿਕਦਾ ਨਹੀਂ। ਤਰਲੋਚਨ ਜੀ ਦੀ ਭੋਲੀ ਇਸਤਰੀ ਭਗਵਾਨ ਜੀ ਨੂੰ ਪਹਿਚਾਣ ਨਾ ਸਕੀ। ਸਾਰੀਆਂ ਸ਼ਰਤਾਂ ਮੰਨ ਲਈਆਂ। ਭਗਵਾਨ ਜੀ ਨੌਕਰ ਦੇ ਰੂਪ ਵਿੱਚ ਭਗਤ ਤਰਲੋਚਨ ਜੀ ਦੇ ਘਰ ਠਹਿਰ ਪਏ। ਭਗਤ ਤਰਲੋਚਨ ਜੀ ਨੇ ਆਪਣੀ ਪਤਨੀ ਨੂੰ ਸੁਚੇਤ ਕੀਤਾ ਕਿ ਸਾਧੂ ਸੁਭਾਅ ਵਾਲੇ ਨੌਕਰ ਨੂੰ ਆਪਣੀ ਰਸਨਾ ਤੋਂ ਕੋਈ ਭੈੜਾ ਸ਼ਬਦ ਨਾ ਬੋਲਣੀ, ਪਿਆਰ ਨਾਲ ਘਰ ਵਿੱਚ ਰੱਖਣਾ। ਨੌਕਰ ਸਰੂਪ ਵਿੱਚ ਭਗਵਾਨ ਜੀ ਨੂੰ ਨਵੇਂ ਵਸਤਰ ਸਵਾ ਦਿੱਤੇ। ਅੰਤਰਜਾਮੀ ਨਾਮ ਥੱਲੇ ਭਗਵਾਨ ਜੀ ਸੇਵਕ ਬਣ ਕੇ ਭਗਤ ਤਰਲੋਚਨ ਜੀ ਦੇ ਘਰ ਆਏ ਹੋਏ ਸਾਧੂ ਮਹਾਤਮਾਵਾਂ ਦੀ ਸੇਵਾ ਬੜੇ ਰੀਝ ਨਾਲ ਕਰਨ ਲੱਗੇ। ਜੰਗਲ ਵਿੱਚੋਂ ਲੱਕੜਾਂ ਵੱਢ ਕੇ ਲਿਆਉਣੀਆਂ, ਚੌਂਕਾ ਆਦਿ ਧੋਣਾ, ਭਾਂਡੇ ਪਾਣੀ ਨਾਲ ਭਰਨੇ, ਆਟਾ ਪੀਹ ਦੇਣਾ, ਸਾਰੇ ਕੰਮ ਬੜੇ ਉਤਸ਼ਾਹ ਨਾਲ ਕਰਦੇ। ਖਾਣ ਨੂੰ ਜੋ ਮਿਲ ਜਾਂਦਾ ਉਹ ਖਾ ਕੇ ਆਨੰਦ ਕਰਦੇ। ਕਾਫੀ ਸਮਾਂ ਲੰਘ ਗਿਆ। ਇੱਕ ਦਿਨ ਅਚਨਚੇਤ ਭਗਤ ਤਰਲੋਚਨ ਜੀ ਦੀ ਪਤਨੀ ਦੇ ਮਨ ਵਿੱਚ ਫੁਰਨਾ ਪੁਰਿਆ ਕਿ ਅੱਜ ਨੌਕਰ ਨੂੰ ਰਜਾਉਣਾ ਹੈ। ਇਸ ਸੰਕਲਪ ਦੇ ਨਾਲ ਕਾਫੀ ਅੰਨ ਪਕਾ ਲਿਆ ਤੇ ਨੌਕਰ ਸਾਰਾ ਹੀ ਖਾ ਗਿਆ। ਉਹ ਭੋਲੀ ਨਹੀਂ ਸੀ ਜਾਣਦੀ ਕਿ ਭਗਵਾਨ ਜੀ ਨੂੰ ਸੰਸਾਰ ਦਾ ਸਭ ਪਦਾਰਥ ਖਵਾ ਕੇ ਵੀ ਤ੍ਰਿਪਤ ਨਹੀਂ ਕੀਤਾ ਜਾ ਸਕਦਾ। ਭਗਵਾਨ ਜੀ ਦਾ ਅੰਤ ਲੈਣਾ ਔਖਾ ਹੈ। ਸਭ ਦੇਵਤੇ ਨੇਤ ਕਰਕੇ ਹੀ ਨਮਸਕਾਰਾਂ ਕਰਦੇ ਨੇ। ਭਗਤ ਜੀ ਦਾ ਘਰ ਪ੍ਰੇਮਾ ਭਗਤੀ ਦੇ ਬੰਧਨ ਵਿੱਚ ਬੱਝਾ ਹੋਇਆ ਹੈ। ਪ੍ਰਭੂ ਜੀ ਨੌਕਰ ਇਸੇ ਭਾਵਨਾ ਅਧੀਨ ਹੀ ਬਣ ਕੇ ਆਏ ਹਨ। ਕਰੋੜਾਂ ਦੇਵਤੇ ਪ੍ਰਭੂ ਜੀ ਦੇ ਸਨਮੁਖ ਹੱਥ ਜੋੜ ਕੇ ਖੜੇ ਰਹਿੰਦੇ ਹਨ। ਭਗਵਾਨ ਜੀ ਨੂੰ ਭੋਜਨ ਛਕਾ ਕੇ, ਬਿਨਾਂ ਰਜਾਇਆ ਹਾਰ ਕੇ, ਘਰ ਛੱਡ ਕੇ ਆਪ ਇੱਕ ਗੁਆਂਢਣ ਦੇ ਘਰ ਅਟੇਰਨ ਆਦ ਲੈਣ ਭਗਤ ਤਰਲੋਚਨ ਜੀ ਦੀ ਸੁਪਤਨੀ ਚਲੇ ਗਏ। ਜਦੋਂ ਗੁਆਂਢਣ ਨੇ ਤਰਲੋਚਨ ਜੀ ਦੀ ਪਤਨੀ ਤੋਂ ਪੁੱਛਿਆ ਕਿ ਤੂੰ ਅੱਜ ਰਹੀ ਕਿੱਥੇ, ਤਾਂ ਤਰਲੋਚਨ ਜੀ ਦੀ ਪਤਨੀ ਨੇ ਆਖ ਦਿੱਤਾ ਕਿ ਇਹ ਨੌਕਰ ਛਟੀ ਦਾ ਭੁੱਖਾ ਪਤਾ ਨਹੀਂ ਕਿੱਥੋਂ ਆ ਗਿਆ, ਸਾਰਾ ਅੰਨ ਖਾ ਕੇ ਵੀ ਨਹੀਂ ਰੱਜਿਆ, ਮੈਂ ਤਾਂ ਸਵੇਰ ਤੋਂ ਇਹਨੂੰ ਰਜਾਉਣ ਹੀ ਲੱਗੀ ਹੋਈ ਹਾਂ। ਜਿਉਂ ਹੀ ਭਗਵਾਨ ਜੀ ਦੀ ਨਿੰਦਿਆ ਭਗਤ ਜੀ ਦੀ ਪਤਨੀ ਨੇ ਕੀਤੀ, ਤਦ ਅੰਤਰਜਾਮੀ ਦੇ ਰੂਪ ਵਿੱਚ ਭਗਵਾਨ ਜੀ, ਜੋ ਉਸ ਘਰ ਵਿੱਚ ਸੇਵਕ ਦੇ ਰੂਪ ਵਿੱਚ ਵਿਚਰ ਰਹੇ ਸਨ, ਚੁੱਪ ਚੁਪੀਤੇ ਅਲੋਪ ਹੋ ਗਏ। ਜਦੋਂ ਗਵਾਂਢਣ ਪਾਸੋਂ ਉੱਠ ਕੇ ਭਗਤ ਤਰਲੋਚਨ ਜੀ ਦੀ ਪਤਨੀ ਵਾਪਸ ਆਪਣੇ ਘਰ ਆਈ ਤਾਂ ਹੈਰਾਨ ਹੋਈ ਕਿ ਘਰ ਦੇ ਬੂਹੇ ਖੁੱਲੇ ਪਏ ਹਨ, ਪਰ ਟਹਿਲੂਆ ਅੰਤਰਜਾਮੀ ਘਰ ਨਹੀਂ। ਅੰਦਰ ਬਾਹਰ ਭਾਲ ਕੀਤੀ, ਆਵਾਜ਼ਾਂ ਮਾਰੀਆਂ, ਪਰ ਅੰਤਰਜਾਮੀ ਜੀ ਨਾ ਲੱਭੇ। ਜਦੋਂ ਤਰਲੋਚਨ ਜੀ ਘਰ ਆਏ ਤਦ ਉਹਨਾਂ ਨੂੰ ਨੌਕਰ ਦੇ ਚਲੇ ਜਾਣ ਬਾਬਤ ਦੱਸਿਆ। ਤਦ ਤਰਲੋਚਨ ਜੀ ਨੇ ਆਖਿਆ ਕਿ ਹੇ ਅਭਾਗਣ, ਤੂੰ ਜ਼ਰੂਰ ਹੀ ਅੰਤਰਜਾਮੀ ਨੌਕਰ ਦੀ ਨਿੰਦਿਆ ਕੀਤੀ ਹੋਣੀ ਹੈ, ਇਸ ਕਰਕੇ ਹੀ ਉਹ ਚਲੇ ਗਏ। ਤਰਲੋਚਨ ਭਗਤ ਜੀ ਨੇ ਆਪਣੀ ਪਤਨੀ ਨੂੰ ਪੁਰਾਤਨ ਯੁੱਗਾਂ ਵਿੱਚ ਵਾਪਰੀਆਂ ਘਟਨਾਵਾਂ ਦਾ ਹਵਾਲਾ ਦੇ ਕੇ ਉਪਦੇਸ਼ ਵੀ ਦਿੱਤਾ ਕਿ ਨਾਰਾਇਣ ਨਿੰਦਸ ਕਾਏ ਭੂਲ ਗਵਾਰੀ, ਦੋ ਕਿਰਤ ਸੁਕਿਰਤ ਥਾਰੋ ਕਰਮਰੀ ਰਹਾਓ। ਅਤੇ ਗਾਂ ਜਾ ਕੇ ਉਹਨਾਂ ਬਚਨ ਕੀਤਾ, ਪੂਰਬ ਲੋ ਕਿਰਤ ਕਰਮ ਨਾ ਮਿਟੈ, ਰੀ ਘਰ ਗੇਹਣ ਤਾਂਚੇ ਮੋਹਿ ਜਾਪੀ ਅਲੇ ਰਾਮ ਚੇ ਨਾਮੰ ਬਦਤ ਤਰਲੋਚਨ ਰਾਮ ਜੀ। ਭਾਵ ਕਿ ਹੇ ਇਸਤਰੀ ਵੇਖ, ਚੰਦਰਮਾ ਨੂੰ ਗੌਤਮ ਰਿਖੀ ਦਾ ਸਰਾਪ ਲੱਗ ਗਿਆ। ਭਾਵੇਂ ਉਹ ਚੰਦਰਮਾ ਸ਼ਿਵ ਜੀ ਦੇ ਮੱਥੇ ਵਸਦਾ ਸੀ, ਪਰ ਕਲੰਕ ਨਹੀਂ ਮਿਟਦਾ। ਸੂਰਜ ਦੇ ਰਥਵਾਹੀ ਅਰੁਣ ਨੇ ਬੀਂਡੇ ਦੇ ਪੈਰ ਬੰਨ ਕੇ ਸੀਖ ਤੇ ਭਵਾਇਆ, ਜਿਸ ਕਰਮ ਦਾ ਫਲ ਅਰੁਣ ਪਿੰਗਲਾ ਹੋ ਗਿਆ।
ਸ਼ਿਵ ਜੀ ਨੂੰ ਬ੍ਰਹਮ ਹੱਤਿਆ ਲੱਗੀ, ਭਗਵਾਨ ਵਿਸ਼ਨੂੰ ਨੂੰ ਵੀ ਕਪਾਲੀ ਨਾਮ ਰੂਪੀ ਕਲੰਕ ਲੱਗਾ। ਸਮੁੰਦਰ ਸਭ ਹੀਰਿਆਂ ਦੀ ਖਾਣ ਹੈ, ਪਰ ਹੰਕਾਰ ਕਰਨ ਕਰਕੇ ਖਾਰੇਪਣ ਦਾ ਕਲੰਕ ਲੱਗ ਗਿਆ। ਹਨੂਮਾਨ ਰਾਮਚੰਦਰ ਜੀ ਦੇ ਅਤ ਪ੍ਰੇਮੀ ਭਗਤ ਸਨ। ਮਹਾਤਮਾ ਵੱਲੋਂ ਮਿਲਿਆ ਕਸ਼ੌਟੀ ਰੂਪੀ ਕਲੰਕ ਲੱਗਾ ਹੀ ਰਿਹਾ। ਸੋ ਮਨ ਵਿੱਚ ਕਰਮ ਦਾ ਹੱਠ ਨਾ ਕਰ ਅਤੇ ਵਾਦ ਵਿਵਾਦ ਵਿੱਚ ਪੈਣ ਦੀ ਤਾਂ ਪ੍ਰਭੂ ਜੀ ਦੀ ਪ੍ਰੇਮਾ ਭਗਤੀ ਕਰ। ਜਿਸ ਤੇ ਪ੍ਰਭੂ ਜੀ ਮਿਹਰ ਕਰਨਗੇ ਤਾਂ ਸਾਨੂੰ ਕਰਮਾਂ ਦੇ ਗੇੜ ਤੋਂ ਛੁਟਕਾਰਾ ਪ੍ਰਾਪਤ ਹੋਵੇਗਾ। ਇਵੇਂ ਤਰਲੋਚਨ ਜੀ ਨੇ ਆਪਣੀ ਪਤਨੀ ਨੂੰ ਕਾਫੀ ਸਮਝਾਇਆ। ਉਸ ਦੇ ਅੰਦਰ ਵੀ ਪਰਮੇਸ਼ਰ ਦੀ ਪ੍ਰੀਤ ਭਾਵਨਾ ਉਤਪੰਨ ਹੋਈ। ਦੋਵੇਂ ਪ੍ਰੇਮੀ ਭਗਵਾਨ ਜੀ ਦੇ ਵਿਛੋੜੇ ਕਾਰਨ ਵਿਆਕਲ ਹੋ ਕੇ ਰੋਣ ਲੱਗੇ। ਭਗਵਾਨ ਜੀ ਵੱਲੋਂ ਆਕਾਸ਼ਬਾਣੀ ਹੋਈ ਕਿ ਭਗਤ ਤਰਲੋਚਨ ਜੀ, ਜਦੋਂ ਤੁਸੀਂ ਦੁਬਾਰਾ ਕਦੀ ਨੌਕਰ ਦੀ ਲੋੜ ਮਹਿਸੂਸ ਕਰੋਗੇ, ਮੈਂ ਹਾਜ਼ਰ ਹੋ ਜਾਵਾਂਗਾ। ਮੈਂ ਤਾਂ ਪ੍ਰੇਮਾ ਭਗਤੀ ਦਾ ਖਿੱਚਿਆ ਭਗਤਾਂ ਦੇ ਘਰੇ ਆਪ ਹੀ ਚਲਾ ਜਾਂਦਾ ਹਾਂ, ਮੈਨੂੰ ਸੱਦਣ ਦੀ ਲੋੜ ਹੀ ਨਹੀਂ ਪੈਂਦੀ। ਮੈਨੂੰ ਪੈਸਿਆਂ ਤੇ ਹੋਰ ਪਦਾਰਥਾਂ ਦੀ ਕੋਈ ਇੱਛਾ ਨਹੀਂ। ਭਗਤ ਤਰਲੋਚਨ ਨੇ ਆਪਣੀ ਪਤਨੀ ਨੂੰ ਆਕਾਸ਼ਬਾਣੀ ਰਾਹੀਂ ਪ੍ਰਾਪਤ ਹੋਇਆ ਗਿਆਨ, ਪ੍ਰਾਪਤ ਹੋਇਆ ਸੁਨੇਹਾ, ਪ੍ਰਾਪਤ ਹੋਇਆ ਹੁਕਮ ਦੱਸਿਆ। ਤਦ ਉਹ ਹੋਰ ਵੀ ਵਿਹਬਲ ਹੋ ਗਈ ਤੇ ਪਛਤਾਵੇ ਕਰਨ ਲੱਗੀ ਕਿ ਹੇ ਭਗਵਾਨ ਜੀ, ਅਸੀਂ ਤੁਹਾਨੂੰ ਨੌਕਰ ਹੀ ਸਮਝਦੇ ਰਹੇ। ਅਸੀਂ ਆਪ ਜੀ ਦੇ ਪ੍ਰੇਮਾ ਭਗਤੀ ਦਾ ਰਸ ਹੀ ਨਹੀਂ ਮਾਣ ਸਕੇ। ਭਗਵਾਨ ਜੀ, ਤੁਸੀਂ ਲੰਗਰ ਛਕਦੇ ਸਮੇਂ ਨਾ ਕਰ ਦਿੰਦੇ ਤਾਂ ਆਪ ਜੀ ਦਾ ਵਿਛੋੜਾ ਨਾ ਵਿਆਪਦਾ। ਭਗਵਾਨ ਜੀ ਨੇ ਧੀਰਜ ਨਾਲ ਫਿਰ ਆਕਾਸ਼ਬਾਣੀ ਦੇ ਰੂਪ ਵਿੱਚ ਫਰਮਾਇਆ, ਮੈਂ ਭਗਤਾਂ ਦਾ ਰਿਣੀ ਹਾਂ, ਤੁਹਾਡਾ ਰਿਣ ਵੀ ਮੇਰੇ ਸਿਰ ਤੇ ਹੈ। ਮੈਂ ਭਗਤਾਂ ਦਾ ਪ੍ਰੇਮ ਨਾਲ ਦਿੱਤਾ ਭੋਜਨ ਛੱਡ ਨਹੀਂ ਸਕਦਾ। ਮੈਂ ਤਾਂ ਭਾਉ ਭਗਤ ਦਾ ਭੁੱਖਾ ਹਾਂ। ਇਵੇਂ ਆਪਣੇ ਪਿਆਰੇ ਭਗਤਾਂ ਨੂੰ ਧੀਰਜ ਦਿੱਤਾ। ਹੇ ਨਿਜਾਤਮਾ, ਵੇਖ, ਮੂਰਖਤਾ ਕਾਰਨ ਭਗਵਾਨ ਦੀ ਨਿੰਦਿਆ ਹੋਈ, ਪਰ ਆਪਣੇ ਭੈੜੇ ਕਰਮਾਂ ਦੀ ਪਹਿਚਾਣ ਨਾ ਕਰ ਸਕੀ ਭਗਤ ਜੀ ਦੀ ਪਤਨੀ, ਜਿਸ ਕਾਰਨ ਪ੍ਰਭੂ ਜੀ ਦੇ ਵਿਛੋੜੇ ਦਾ ਦੁੱਖ ਝੱਲਣਾ ਪਿਆ। ਸੋ ਕਦੀ ਭੁੱਲ ਕੇ ਵੀ ਪਰਮੇਸ਼ਰ ਦੀ ਜਾਂ ਉਸ ਦੇ ਪਿਆਰੇ ਭਗਤਾਂ ਦੀ ਨਿੰਦਿਆ ਨਹੀਂ ਕਰਨੀ ਅਤੇ ਪ੍ਰੇਮਾ ਭਗਤੀ ਕਰਕੇ ਹੀ ਸਭ ਸੁੱਖਾਂ ਦੀ ਪ੍ਰਾਪਤੀ ਸੰਭਵ ਹੈ। ਇਸ ਲਈ ਤੂੰ ਵੀ ਪਰਮੇਸ਼ਰ ਜੀ ਦੀ ਪ੍ਰੇਮਾ ਭਗਤੀ ਵਿੱਚ ਮਗਨ ਹੋ।